ਹੈਲੋ ਫਰੈਂਡਸ, ਮੈਂ ਹਰਪਿੰਦਰ ਕੌਰ। ਤੁਸੀਂ ਦੇਖ ਰਹੇ ਹੋ ਇੰਗਲਿਸ਼ ਵਿਦ ਰੂਪ। ਅੱਜ ਮੈਂ ਤੁਹਾਨੂੰ ਰਾਈਟਿੰਗ ਟਾਸਕ 2 ਕਰਵਾਉਣ ਜਾ ਰਹੀ ਹਾਂ, ਜੋ 4 ਮਾਰਚ ਨੂੰ ਈਵਨਿੰਗ ਟਾਈਮ ਜਲੰਧਰ ਦੇ ਵਿੱਚ ਮੇਰੇ ਸਟੂਡੈਂਟ ਨੇ ਐਗਜ਼ਾਮ ਦਿੱਤਾ ਸੀ। ਉਹਨਾਂ ਨੂੰ ਇਹ ਟਾਸਕ 2 ਆਇਆ ਸੀ। ਇਹ ਕਿਸੇ ਲੋਕੇਸ਼ਨ ਤੇ 2 ਐਗਜ਼ਾਮ ਸੀ ਔਰ ਕਿਸੇ ਲੋਕੇਸ਼ਨ ਤੇ 1 ਐਗਜ਼ਾਮ ਸੀ। ਸੋ ਉਹਨਾਂ ਨੇ ਆਫਟਰਨੂਨ ਦੇ ਵਿੱਚ ਐਗਜ਼ਾਮ ਦਿੱਤਾ ਸੀ, ਮਤਲਬ ਕਿ ਇਹ ਈਵਨਿੰਗ ਵਾਲਾ ਬੈਚ ਹੀ ਸੀ ਮੰਨ ਲਓ, ਤੇ ਉਹਨਾਂ ਨੂੰ ਇਹ ਟਾਸਕ ਆਇਆ ਸੀਗਾ। ਟਾਸਕ ਦੀ ਜੋ ਇੱਕ ਸਟੇਟਮੈਂਟ ਹੈ, ਸਮ ਪੀਪਲ ਥਿੰਕ ਦੈਟ ਕਲਾਈਮੇਟ ਚੇਂਜ ਕੁਡ ਹੈਵ ਅ ਨੈਗੇਟਿਵ ਇਫੈਕਟ ਔਨ ਬਿਜ਼ਨਸ। ਕਹਿੰਦੇ ਕੁਝ ਲੋਕ ਸੋਚਦੇ ਨੇ ਕਲਾਈਮੇਟ ਚੇਂਜ ਨਾਲ ਕੀ ਹੈ, ਨੈਗੇਟਿਵ ਇਫੈਕਟ ਪੈਂਦਾ ਬਿਜ਼ਨਸ ਉੱਤੇ। ਅਦਰ ਪੀਪਲ ਥਿੰਕ ਦੈਟ ਕਲਾਈਮੇਟ ਚੇਂਜ ਕੁਡ ਕ੍ਰੀਏਟ ਮੋਰ ਬਿਜ਼ਨਸ ਓਪਰਚੁਨਿਟੀਜ਼। ਹੋਰ ਲੋਕ ਸੋਚਦੇ ਨੇ ਜੋ ਕਲਾਈਮੇਟ ਚੇਂਜ ਹੈ ਹੋਰ ਬਿਜ਼ਨਸ ਓਪਰਚੁਨਿਟੀਜ਼ ਕ੍ਰੀਏਟ ਕਰਦਾ, ਮਤਲਬ ਕਿ ਬਿਜ਼ਨਸ ਇਹਦੇ ਨਾਲ ਸਪਰੈਡ ਹੁੰਦਾ। ਡਿਸਕਸ ਬੋਥ ਵਿਊਜ਼ ਐਂਡ ਗਿਵ ਯੂਅਰ ਓਪੀਨੀਅਨ। ਕਹਿੰਦੇ ਦੋਨੇ ਵਿਊ ਡਿਸਕਸ ਕਰੋ ਤੇ ਤੁਸੀਂ ਆਪਣਾ ਓਪੀਨੀਅਨ ਦਿਓ। ਸੋ ਐਸੇ ਦੀ ਸਟਾਰਟਿੰਗ ਆਪਾਂ ਕਰਾਂਗੇ, ਇੰਟਰੋਡਕਸ਼ਨ ਦੇਵਾਂਗੇ ਪਹਿਲਾਂ ਇਸ ਦੀ, ਠੀਕ ਹੈ। ਸੋ ਦੋਨੇ ਵਿਊ ਡਿਸਕਸ ਕਰਨੇ। ਜੋ ਲੋਕ ਕਹਿੰਦੇ ਆ ਵੀ ਇਹ ਕਲਾਈਮੇਟ ਚੇਂਜ ਨਾਲ ਬਿਜ਼ਨਸ ਤੇ ਪੋਜ਼ਿਟਿਵ ਇਫੈਕਟ ਆ ਔਰ ਕੁਝ ਲੋਕ ਕਹਿੰਦੇ ਵੀ ਨਹੀਂ ਨੈਗੇਟਿਵ ਇਫੈਕਟ ਹੈ। ਸੋ ਆਪਣਾ ਓਪੀਨੀਅਨ ਵੀ ਦੇਣਾ ਹੈ। ਸੋ ਆਪਾਂ ਸਟਾਰਟ ਕਰਾਂਗੇ ਇਹਦੇ ਵਿੱਚ। ਨਾਊਅਡੇਜ਼ ਕਲਾਈਮੇਟ ਚੇਂਜ ਇਜ਼ ਅ ਫਿਨੋਮੀਨਾ ਦੈਟ ਅਫੈਕਟ ਕੰਟਰੀਜ਼ ਆਲ ਓਵਰ ਦਾ ਵਰਲਡ। ਹੁਣ ਇਹਦੇ ਵਿੱਚ ਆਪਾਂ ਕੁਛ ਨਹੀਂ ਦੱਸਿਆ ਵੀ ਨੈਗੇਟਿਵ ਕਰ ਰਿਹਾ ਪੋਜ਼ਿਟਿਵ ਕਰ ਰਿਹਾ, ਇੱਕ ਆਪਾਂ ਜਨਰਲ ਲਾਈਨ ਬਣਾਤੀ। ਕਹਿੰਦੇ ਅੱਜ ਕੱਲ੍ਹ ਕਲਾਈਮੇਟ ਚੇਂਜ ਇੱਕ ਫਿਨੋਮੀਨਾ ਹੈ, ਕਹਿੰਦੇ ਕੀ ਹੈ ਜੋ ਸਾਰੀਆਂ ਕੰਟਰੀਜ਼ ਨੂੰ ਅਫੈਕਟ ਕਰ ਰਿਹਾ ਆਲ ਓਵਰ ਦਾ ਵਰਲਡ। ਸਮ ਫੀਲ ਪੈਸਿਮਿਸਟਿਕ about business opportunities when the earth suffers climate। ਸੋ ਕਹਿੰਦੇ ਕੁਝ ਲੋਕ ਨੈਗੇਟਿਵ ਸੋਚਦੇ ਨੇ, ਆਪਟੀਮਿਸਟ ਹੁੰਦਾ ਪੋਜ਼ਿਟਿਵ ਥਿੰਕਰ, ਪੈਸਿਮਿਸਟਿਕ ਸੋਚ ਹੁੰਦੀ ਹੈ ਨੈਗੇਟਿਵ ਸੋਚ। while other find favorable conditions to develop। ਬਟ ਦੂਜੇ ਲੋਕ ਕਹਿੰਦੇ ਕੀ ਹੈ ਇਹ ਇੱਕ ਫੇਵਰੇਬਲ ਕੰਡੀਸ਼ਨ ਹੈ ਵੀ ਵਧੀਆ, ਇਹਦਾ ਪੋਜ਼ਿਟਿਵ ਇਫੈਕਟ ਹੈ, ਇਹਦੇ ਨਾਲ ਡਿਵੈਲਪਮੈਂਟ ਹੋਊਗੀ। ਮੇਰਾ ਓਪੀਨੀਅਨ ਕੀ ਹੈ, ਮੇਰਾ ਕਹਿਣਾ ਕੀ ਆ, ਇਨ ਮਾਈ ਓਪੀਨੀਅਨ ਕਲਾਈਮੇਟ ਚੇਂਜ ਕ੍ਰੀਏਟਸ ਨੈਟਵਰਕ ਓਪਰਚੁਨਿਟੀਜ਼। ਮੇਰਾ ਮੰਨਣਾ ਇਹ ਹੈ ਕਿ ਇਹਦੇ ਨਾਲ ਜਿਹੜਾ ਬਿਜ਼ਨਸ ਹੈ ਉਸ 'ਤੇ ਪੋਜ਼ਿਟਿਵ ਇੰਪੈਕਟ ਹੋਊਗਾ ਜਦੋਂ ਕਲਾਈਮੇਟ ਚੇਂਜ ਹੁੰਦਾ। ਸੋ ਆਪਾਂ ਵਿਊ ਦੋਨੇ ਡਿਸਕਸ ਕਰਨੇ ਆ। ਸੋ ਆਪਾਂ ਇੱਕ ਸਟੇਟਮੈਂਟ ਨੂੰ ਇੱਕ ਪੈਰਾਗ੍ਰਾਫ ਦੇ ਵਿੱਚ, ਦੂਜੀ ਸਟੇਟਮੈਂਟ ਨੂੰ ਦੂਜੀ ਆਪਾਂ ਪੈਰਾਗ੍ਰਾਫ 'ਚ ਡਿਸਕਸ ਕਰਾਂਗੇ। ਸੋ ਫਸਟ ਆਪਾਂ ਔਨ ਦਾ ਵਨ ਹੈਂਡ ਦਾ ਫਾਰਮਰ ਗਰੁੱਪ। ਪਹਿਲਾ ਗਰੁੱਪ ਕਹਿੰਦੇ ਕੀ ਕਹਿ ਰਿਹਾ, ascertains that multiple business sectors suffer loss due to this uncommon phenomena। ਕਹਿੰਦੇ ਬਹੁਤ ਸਾਰੇ ਬਿਜ਼ਨਸ ਲਾਸ ਸਫਰ ਕਰਦੇ ਨੇ ਇਸ ਫਿਨੋਮੀਨਾ ਕਰਕੇ, ਇਸ ਟ੍ਰੈਂਡ ਕਰਕੇ, ਠੀਕ ਹੈ। and this includes agriculture, tourism and local commercial sectors। ਇਹਦੇ ਵਿੱਚ ਕੀ ਇਨਕਲੂਡ ਹੈ, ਇਹਨਾਂ ਨੇ ਬਿਜ਼ਨਸ ਦੱਸੇ। when the agrarian sector is affected it has deep impact on almost all sectors। ਕਹਿੰਦੇ ਜੇ ਐਗਰੀਕਲਚਰ ਸੈਕਟਰ ਤੇ ਇਫੈਕਟ ਪੈਂਦਾ ਤਾਂ ਡੈਫੀਨੇਟਲੀ ਉਹਦਾ ਸਾਰੇ ਹੀ ਸੈਕਟਰਸ ਤੇ ਇੰਪੈਕਟ ਪੈਂਦਾ। ਫॉर ਇੰਸਟੈਂਸ ਦਾ ਆਪਾਂ ਕਹਿ ਸਕਦੇ ਹਾਂ, ਫॉर ਇੰਸਟੈਂਸ ਦਾ ਸਕਾਰਸਿਟੀ ਆਫ ਫੂਡ। ਸਕਾਰਸਿਟੀ ਹੁੰਦਾ ਲੈਕੇਜ ਆਫ ਫੂਡ ਹੋ ਜੂਗੀ, ਫੂਡ ਪ੍ਰੋਡਕਟਸ ਲੀਡਸ ਟੂ ਪ੍ਰਾਈਸ ਰਾਈਜ਼ ਆਫ many other products in the market and would result in the plunge of their demand। ਤੇ ਉਹਨਾਂ ਦੀ ਡਿਮਾਂਡ ਕੀ ਹੋ ਜੂਗੀ, ਇਨਕਰੀਜ਼ ਹੋ ਜੂਗੀ, ਠੀਕ ਹੈ। ਜਿਵੇਂ ਅੱਜ ਕੱਲ੍ਹ ਮੁੱਦਾ ਚੱਲ ਰਿਹਾ, ਠੀਕ ਹੈ। ਸੋ ਜਿਹੜਾ ਧਰਨੇ ਵਾਲਾ ਉਹ ਸੇਮ ਸਿਚੁਏਸ਼ਨ ਆ। ਜੇ ਫੂਡ ਕੀ ਹੋ ਜੂਗਾ, ਠੀਕ ਹੈ, ਉਹਦਾ ਪ੍ਰਾਈਸ ਕੀ ਹੋ ਜੂਗਾ, ਇਨਕਰੀਜ਼ ਹੋ ਜੂਗਾ, ਠੀਕ ਹੈ। ਡਿਮਾਂਡ ਵੱਧ ਜੂਗੀ, ਪ੍ਰਾਈਸ ਵੱਧ ਜੂਗਾ। ਦ ਕੇਸ ਇਜ਼ ਸਿਮਿਲਰ ਇਨ ਦ ਟੂਰਿਜ਼ਮ ਇੰਡਸਟਰੀ। ਸੋ ਕਹਿੰਦੇ ਕੇਸ ਕੀ ਹੋਊਗਾ ਟੂਰਿਜ਼ਮ ਇੰਡਸਟਰੀ ਦੇ ਵਿੱਚ ਵੀ ਬਿਲਕੁਲ ਸੇਮ ਹੋਊਗਾ। ਵਿਚ ਬ੍ਰਿੰਗਸ ਅ ਹਿਊਜ ਅਮਾਊਂਟ ਆਫ ਰੈਵਨਿਊ ਟੂ ਮੈਨੀ ਕੰਟਰੀਜ਼। ਜਿਹਦੇ ਨਾਲ ਕਹਿੰਦੇ ਕੀ ਹੋਊਗਾ ਟੂਰਿਜ਼ਮ ਇੰਡਸਟਰੀ ਦੇ ਵਿੱਚ ਵੀ ਕਹਿੰਦੇ ਸਿਮਿਲਰ ਕੇਸ ਹੋਊਗਾ। ਕਹਿੰਦੇ ਉਹਦੇ ਨਾਲ ਕੀ ਹੋਊਗਾ, ਰੈਵਨਿਊ ਹੋਊਗਾ ਬਹੁਤ ਸਾਰੀਆਂ ਕੰਟਰੀਜ਼ ਨੂੰ। not only the sightseeing but also educational and health tourism are affected due to this। ਕਹਿੰਦੇ ਇਹਦੇ ਨਾਲ educational health tourism ਵੀ affect ਹੋਊਗਾ। it also affect the local business sector including trade and transport। ਇਹਦੇ ਨਾਲ ਕਹਿੰਦੇ local business ਸਫਰ ਕਰਨਗੇ, ਟਰਾਂਸਪੋਰਟ ਤੇ ਵੀ ਬਹੁਤ ਜ਼ਿਆਦਾ ਇਫੈਕਟ ਕਰੂਗਾ। ਸੋ ਹੁਣ ਦੂਸਰੀ ਸਾਈਡ ਜੋ ਲੋਕ ਕਹਿੰਦੇ ਵੀ ਨਹੀਂ ਇਹਦੇ ਨਾਲ ਬਿਜ਼ਨਸ ਓਪਰਚੁਨਿਟੀਜ਼ ਹੋਣਗੀਆਂ, ਉਹ ਕਿੱਦਾਂ, ਠੀਕ ਹੈ। on the other hand the opposing group highlights that it opens a wide door of opportunities to business sector including health, fashion and e-commerce। ਦੂਜੇ ਲੋਕ ਕਹਿੰਦੇ ਵੀ ਇਹਦੇ ਨਾਲ ਬਹੁਤ ਸਾਰੀਆਂ ਓਪਰਚੁਨਿਟੀਜ਼ ਆ ਜਾਣਗੀਆਂ ਬਿਜ਼ਨਸ ਦੇ ਲਈ, ਜਿਵੇਂ ਹੈਲਥ 'ਚ, ਫੈਸ਼ਨ 'ਚ, e-commerce 'ਚ। ਇਨ ਦਾ ਕੇਸ ਆਫ ਹੈਲਥ, ਜਿਵੇਂ ਹੁਣ ਕਲਾਈਮੇਟ ਚੇਂਜ ਹੋਊਗਾ, ਲੋਕ ਬਿਮਾਰ ਹੋਣਗੇ ਤਾਂ ਜਿਹੜੇ ਮੈਡੀਕਲ ਆਪਾਂ ਕਹਿ ਦਈਏ ਉਹਨਾਂ ਨੂੰ ਕੀ ਹੋਊਗੀ, ਇੱਕ ਤਰ੍ਹਾਂ ਦੀ ਅਰਨਿੰਗ ਹੋਊਗੀ। ਕਹਿੰਦੇ ਇਨ ਕੇਸ ਆਫ ਹੈਲਥ one of the key business sectors today climate change would increase the share of profit by means of
commercializing health maintenance products and related treatment options. So ਉਹਨਾਂ ਨੂੰ ਤਾਂ ਕਹਿੰਦੇ profit ਹੀ ਹੋਗਾ. Likewise, when the fashion and cosmetic industry is concerned, products which enhance comfort and convenience along with protection from the adverse effect of this change would roll in a lot of money. ਕਹਿੰਦੇ ਜਦੋਂ climate change ਹੋਊਗਾ ਤਾਂ fashion ਤੇ ਵੀ ਬਹੁਤ ਉਹਦੇ ਨਾਲ ਵੀ ਕਿੱਦਾਂ ਕਹਿੰਦੇ ਉਹਨਾਂ ਨੂੰ profit ਹੋਊਗਾ, ਠੀਕ ਹੈ। cosmetic ਦਾ ਵੀ ਉਹ ਆਪਣੇ ਆਪ ਨੂੰ ਬਚਾਉਣ ਦੇ ਲਈ ਕੋਈ ਨਾ ਕੋਈ ਪ੍ਰੋਡਕਟ यूज़ करनगे स्किन दे रिलेटेड। जिवें हुण फर्दरमोर पॉइंट ने एक्सप्लेन किया कहते एन इंपैरेटिव परसपैक्टिव इन फेवर ऑफ अ रोटेटिंग एटमोसफेयर इंक्रीजेस बिजनेस। कहते की है एक परसपैक्टिव दिता गया भी कितना बिजनेस इंक्रीज होगा। टू कोट एन इंस्टांस फॉर एग्जाम्पल भी लिख सकते हो, वैन एवर वैदर इज चेंज्ड people like to buy new stuff such as clothes, utensils and other essentials according to their requirement। ਜਿਵੇਂ ਵੀ ਹੁਣ ਕੋਈ ਵੀ ਆਪਣਾ ਵੈਦਰ ਚੇਂਜ ਹੁੰਦਾ, ਦੇਖੋ ਜੋ ਆਪਣੀ ਨੀਡ ਹੈ ਚੇਂਜ ਹੁੰਦੀ ਹੈ, ਆਪਾਂ ਕਲੋਥਸ ਨਿਊ ਬਾਈ ਕਰਦੇ ਹਾਂ, ਸਮਰ ਹੈ ਤਾਂ ਸਮਰ ਦੇ, ਵਿੰਟਰ ਹੈ ਤਾਂ ਵਿੰਟਰ ਦੇ, ਉੱਦਾਂ ਦੀਆਂ ਆਪਾਂ ਚੀਜ਼ਾਂ ਚਾਹੀਦੀਆਂ ਹੁੰਦੀਆਂ। ਤਾਂ ਇਹਦੇ ਨਾਲ ਕੀ ਹੋਊਗਾ, ਪ੍ਰੋਫਿਟ ਤਾਂ ਇਨਕਰੀਜ਼ ਹੋਊਗਾ ਹੀ ਨਾ, ਬਿਜ਼ਨਸ ਦਾ ਇਨਕਰੀਜ਼ ਹੋਣਗੇ, ਉਹਨਾਂ ਦੇ ਪ੍ਰੋਡਕਟ ਸੇਲ ਹੋਣਗੇ। ਕੌਨਸੀਕੁਐਂਟਲੀ ਕਹਿੰਦੇ ਦਾ ਰਿਜ਼ਲਟ ਕੀ ਹੁੰਦਾ, ਪੀਪਲ ਆਰ inventing new innovations according to weather which creates new jobs and increase business। सो ਇਹਦੇ ਨਾਲ ਕਹਿੰਦੇ ਬਿਜ਼ਨਸ ਹੈ ਜਿਹੜਾ ਇਨਕਰੀਜ਼ ਹੋਊਗਾ, ਕਿਉਂਕਿ ਇਸ ਸਾਈਡ ਜ਼ਿਆਦਾ ਪੁਆਇੰਟ ਬਣਦੇ ਆ ਤਾਂ ਆਪਾਂ ਇਸ ਸਾਈਡ ਵਿਊ ਦੇਵਾਂਗੇ। ਤੇ ਇਨ ਕਨਕਲੂਜਨ ਦੇ ਵਿੱਚ ਆਪਾਂ ਕੀ ਲਿਖ ਸਕਦੇ ਹਾਂ, ਕਹਿੰਦੇ ਇਨ ਕਨਕਲੂਜਨ ਇਟ ਇਜ਼ ਕਲੀਅਰ ਦੈਟ ਕਲਾਈਮੇਟ ਚੇਂਜ ਐਂਡ ਬਿਜ਼ਨਸ ਸੈਕਟਰਸ ਆਰ ਕਲੋਜ਼ਲੀ ਰਿਲੇਟਡ। ਕਹਿੰਦੇ ਕੀ ਨੇ, ਜੋ ਕਲਾਈਮੇਟ ਚੇਂਜ ਹੈ ਤੇ ਬਿਜ਼ਨਸ ਹੈ ਇਹ ਬਿਲਕੁਲ ਇੱਕ ਆਪਸ 'ਚ ਬਹੁਤ ਜ਼ਿਆਦਾ ਰਿਲੇਟ ਕਰਦੇ ਨੇ। although ਭਾਵੇਂ ਕਿ many people consider climate transformation as bad for their trade। ਕਹਿੰਦੇ ਬਹੁਤ ਸਾਰੇ ਲੋਕ ਇਹੀ ਕੰਸੀਡਰ ਕਰਦੇ ਨੇ ਜੋ ਕਲਾਈਮੇਟ ਚੇਂਜ ਆ ਉਹਨਾਂ ਦੇ ਇੰਪੋਰਟ ਐਕਸਪੋਰਟ ਜਾਂ ਟ੍ਰੇਡ ਬਿਜ਼ਨਸ ਦੇ ਲਈ ਕੀ ਹੈ, ਬੈਡ ਆ। however I advocate changing weather and creating new invention that create new jobs and work for people। बट मेरा मनना की है कि ਇਹਦੇ ਨਾਲ ਲੋਕਾਂ ਨੂੰ ਜ਼ਿਆਦਾ ਜੌਬ ਓਪਰਚੁਨਿਟੀਜ਼ ਮਿਲਣਗੀਆਂ ਤੇ ਬਿਜ਼ਨਸ ਕੀ ਹੋਣਗੇ, ਐਕਸਪੈਂਡ ਹੋਣਗੇ। ਠੀਕ ਆ ਫਰੈਂਡਸ, ਇੱਕ ਕੁਐਸਚਨ ਸੀਗਾ ਬੱਚੇ ਦਾ YouTube ਤੇ ਡਾਊਟ ਆਇਆ ਸੀ ਕਿ ਅਸੀਂ ਜੋ ਆਪਣਾ ਵਿਊ ਪੁਆਇੰਟ ਦੇਣਾ ਇੰਟਰੋਡਕਸ਼ਨ 'ਚ ਵੀ ਦੇਣਾ ਔਰ ਕਨਕਲੂਜਨ 'ਚ ਵੀ ਦੇਣਾ ਜਾਂ ਸਿਰਫ ਅਸੀਂ ਕਨਕਲੂਜਨ 'ਚ ਦਈਏ। ਦੇਖੋ ਜੇ ਤੁਸੀਂ ਉੱਪਰ ਤੋਂ ਹੀ ਇੰਟਰੋਡਕਸ਼ਨ 'ਚ ਵੀ ਆਪਣਾ ਵਿਊ ਪੁਆਇੰਟ ਦੋਗੇ ਉਹ ਜ਼ਿਆਦਾ ਬੈਟਰ ਹੁੰਦਾ, ਠੀਕ ਹੈ। ਤੇ ਜੇ ਤੁਸੀਂ ਕਨਕਲੂਜਨ 'ਚ ਵੀ ਨਾਲ, ਕਨਕਲੂਜਨ 'ਚ ਤਾਂ ਆਪਾਂ ਦੇਣਾ ਹੀ ਦੇਣਾ ਹੈ, ਬਟ ਜੇ ਤੁਸੀਂ ਇੰਟਰੋ 'ਚ ਐਡ ਕਰਦੇ ਹੋ ਤਾਂ ਉਹ ਇੱਕ ਪੋਜ਼ਿਟਿਵ ਪੁਆਇੰਟ ਹੈ, ਕਿਉਂਕਿ ਐਗਜ਼ਾਮੀਨਰ ਨੂੰ ਉੱਪਰੋਂ ਹੀ ਕਲੀਅਰ ਹੋ ਜਾਊਗਾ ਕਿ ਹਾਂਜੀ ਤੁਸੀਂ ਕਿਸ ਸਾਈਡ ਹੋ, ਤੁਹਾਡਾ ਵਿਊ ਪੁਆਇੰਟ ਕਿਸ ਸਾਈਡ ਆ, ਠੀਕ ਆ। ਬਟ ਉਹ ਆਪਾਂ ਨੇ ਮੀਨਿੰਗ ਸੇਮ ਹੋਣਾ ਚਾਹੀਦਾ, ਵਰਡਸ ਆਪਣੇ ਚੇਂਜ ਹੋਣਗੇ। ਕਨਕਲੂਜਨ ਦੇ ਵਿੱਚ ਵੀ ਮੀਨਿੰਗ ਸੇਮ ਲਿਖਾਂਗੇ ਬਟ ਆਪਾਂ ਆਪਣੇ ਵਰਡਸ ਚੇਂਜ ਕਰਕੇ ਲਿਖਾਂਗੇ। ਠੀਕ ਆ ਫਰੈਂਡਸ, ਇਹ ਸੀ ਮੇਰੀ ਅੱਜ ਦੀ ਕਲਾਸ। ਜੇ ਤੁਹਾਨੂੰ ਮੇਰੀ ਅੱਜ ਦੀ ਕਲਾਸ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ, ਸ਼ੇਅਰ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰੋ ਤਾਂ ਕਿ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਓਕੇ ਫਰੈਂਡਸ, ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ। ਬਾਏ ਬਾਏ, ਟੇਕ ਕੇਅਰ।